ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸੰਤ ਜਰਨੈਲ ਸਿੰਘ ਪਿੰਡਰਾਲੇ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ, ਅੱਜ ਲੜਨਾ, ਕੱਲ ਲੜਨਾ ਕਿ ਪਰਸੋਂ ਲੜਨਾ। ਸ਼ੰਭੂ ਧਰਨੇ ਤੇ ਇੱਕ 5-7 ਸਾਲ ਦਾ ਜਵਾਕ ਸੀ। ਇੱਕ ਪੱਤਰਕਾਰ ਵੀਰ ਨੇ ਉਹਨੂੰ ਸਵਾਲ ਪੁੱਛਿਆ ਵੀ ਬਾਈ ਤੂੰ ਕਿਉਂ ਆਇਆ ਇੱਥੇ? ਉਹ ਕਹਿੰਦਾ ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਬਸ ਐਡੀ ਗੱਲ ਹੀ ਆ, ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਇਹ ਤੋਂ ਉੱਤੇ ਕੁਝ ਪਤਾ ਕਰਨ ਦੀ ਜ਼ਰੂਰਤ ਨਹੀਂ। ਕੋਈ ਕਿਸੇ ਖਾਸ ਵਰਗ ਦੀ ਨਹੀਂ ਹੋ ਰਹੀ। ਇੱਥੇ ਸਾਨੂੰ ਠੱਪੇ ਲਾ ਦਿੱਤੇ ਜਾਂਦੇ ਆ ਪਹਿਲਾਂ ਵੀ ਤੂੰ ਖਾਲਿਸਤਾਨੀ ਆ, ਤੂੰ ਅੱਤਵਾਦੀ ਆ, ਤੂੰ ਦੇਸ਼ ਧਰੋਹੀ ਆ। ਇਹ ਕੋਈ ਗੱਲ ਨਹੀਂ ਹੋ ਰਹੀ। ਗੱਲ ਪੂਰੇ ਪੰਜਾਬ ਦੇ ਬਸ਼ਿੰਦਿਆਂ ਦੀ ਹੋ ਰਹੀ ਹੈ, ਇਸ ਪੂਰੀ ਪੰਜਾਬ ਦੀ ਧਰਤੀ ਦੀ ਹੋ ਰਹੀ ਆ। ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾ ਪੰਜਾਬ ਨੂੰ ਸਾਡੀ ਕਿਸਾਨੀ ਤੋਂ ਬਿਨਾ ਕਲਪਿਆ ਵੀ ਨਹੀਂ ਜਾ ਸਕਦਾ। ਸੋ ਉਹਨਾਂ ਦੀ ਸੱਟ, ਉਹਨਾਂ ਦੀ ਜਿਹੜੀ ਨਿਗਾਹ ਜੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗਈ ਆ, ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਢਾਉਣ ਖਾਤਰ ਗਈ ਆ। ਇਹ ਲੜਾਈ ਲੜ ਰਹੇ ਆ ਉਸ ਧਿਰ ਦੇ ਖਿਲਾਫ ਜਿਹਦੀ ਵਿਚਾਰਧਾਰਾ ਇੱਕ ਨੇਸ਼ਨ ਬਿਲਡਿੰਗ ਦੀ ਆ। ਤੇ ਉਹ ਨੇਸ਼ਨ ਬਿਲਡਿੰਗ ਜਾਂ ਦੇਸ਼ ਇੱਕ ਬਿਲਡ ਕਰਨਾ ਉਹਨਾਂ ਲਈ ਉਹ ਕੀ ਆ? ਉਹ ਕਹਿੰਦੇ ਆ ਵੀ ਜਿਹੜੀ ਵਿਚਾਰਧਾਰਾ ਹਿੰਦੂ ਰਾਸ਼ਟਰ ਦੇ ਰਾਹ 'ਚ ਆਊਗੀ ਉਹਨੂੰ ਖਤਮ ਕਰ ਦਿਓ। ਸਾਨੂੰ ਪਤਾ ਸਾਨੂੰ ਸੁਪਰੀਮ ਕੋਰਟ ਤੋਂ ਨਿਆਂ ਨਹੀਂ ਮਿਲਣਾ, ਇਹ ਗੱਲ ਪਹਿਲਾਂ ਹੀ ਪਤਾ, ਪਰ ਫੇਰ ਵੀ ਲੜਾਈ ਲੜਨੀ ਪੈਂਦੀ ਆ ਕਿਉਂਕਿ ਕਈ ਵਾਰੀ ਕਈ ਨੇਕ ਰੂਹ, ਕੋਈ ਨੇਕ ਜੱਜ ਬੈਠਾ ਹੁੰਦਾ ਜਿਹੜਾ ਮਾੜਾ ਮੋਟਾ ਨਿਆਂ ਕਿਤੇ ਦੇ ਜਾਂਦਾ। ਪਹਿਲੀ ਗੱਲ ਸਾਨੂੰ ਇਹ ਪਤਾ ਹੋਵੇ ਸਾਡਾ ਦੁਸ਼ਮਣ ਕੌਣ ਆ। 84 ਤੋਂ ਬਾਅਦ ਕੌਮ ਨੇ ਲੜਾਈ ਲੜੀ। ਅੱਛਾ, ਉਦੋਂ ਸਾਡੇ 'ਚ ਦੋ ਫਾੜ ਰਹੀ, ਸਾਨੂੰ ਇਹ ਹੀ ਨਹੀਂ ਪਤਾ ਸੀ ਸਾਡਾ ਦੁਸ਼ਮਣ ਕੌਣ ਆ। ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ ਫੇਰ ਲੜੀਆਂ ਜਾਂਦੀਆਂ। ਅਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਹਾਂ ਫਿਰ ਜਿੱਤਣ ਦੀ ਆਸ ਕਰਦੇ ਹਾਂ। ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ 'ਚ ਆਉਂਦੀ। ਬੜੇ ਠੋਕ ਕੇ ਗੱਲ ਕਰ ਰਹੇ ਹਾਂ। ਅੱਜ ਤੱਕ ਜਿੰਨੀ ਸਾਡੀ ਰਾਜਸੀ ਧਿਰ ਸੀ, ਸਾਡੀ ਸਮਾਜਿਕ ਧਿਰ ਸੀ, ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ, ਅੱਜ ਤੱਕ ਸਾਡੇ ਵਿਦਰੋਹ ਨੂੰ, ਸਾਡੇ ਇਸ ਉਭਾਰ ਨੂੰ, ਸਾਡੇ ਜੋਸ਼ ਨੂੰ, ਸਾਡੇ ਜਜ਼ਬੇ ਨੂੰ ਕਿਤੇ ਪਹੁੰਚਾ ਹੀ ਨਹੀਂ ਸਕੇ। ਮੈਂ ਤੁਰਿਆ ਹੁੰਦਾ ਸੀ ਤੇ ਮੈਨੂੰ ਇੱਕ ਪੱਤਰਕਾਰ ਕਹਿੰਦਾ ਬਾਈ ਇਨਕਲਾਬ ਕੀ ਹੁੰਦਾ ਦੱਸੋ। ਮੈਂ ਕਿਹਾ ਕੋਈ ਨਹੀਂ, ਮੈਨੂੰ ਪਹੁੰਚ ਜਾਣ ਦੇ ਸਿਰੇ ਤੇ ਜਵਾਬ ਸੰਗਤ ਨੂੰ ਹੀ ਦੇਵਾਂਗੇ, ਫਿਰ ਉਹਨਾਂ ਦੇ ਸਾਹਮਣੇ ਹੀ ਦੱਸਾਂਗੇ ਇਨਕਲਾਬ ਹੁੰਦਾ ਕੀ ਆ। ਸ੍ਰੀ ਅਕਾਲ। ਜਿੱਦੇ ਬਾਬੇ ਨਾਨਕ ਨੇ ਏਕਮਕਾਰ ਵਾਹਤਾ ਸੀ ਨਾ ਪਾਂਦੇ ਦੀ ਫੱਟੀ ਤੇ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਸ਼੍ਰੀ ਸਾਹਿਬ ਪਾਲੀਆਂ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵੰਗਾਰ ਲਈ ਸੀ ਤੇ ਸਿਰ ਦੇ ਕੇ ਸਿਦਕ ਪੁਗਾਇਆ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਿਰ ਜਿੱਤਾ ਸੀ, ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਆਵਾਜ਼ ਚੱਕੀ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਬੜਾ ਕੁਛ ਹੰਢਾਇਆ ਇਸ ਇਨਕਲਾਬ ਨੇ, ਤੇਗਾਂ, ਤਵੀਆਂ, ਛਵੀਆਂ, ਰੰਬੇ, ਆਰੀਆਂ, ਬੜਾ ਕੁਛ ਹੰਢਾਇਆ ਇਸ ਇਨਕਲਾਬ ਨੇ। ਜਦੋਂ ਸਾਡੇ ਜਰਨੈਲ ਪਿੰਡਰਾਲੇ ਸੰਤਾਂ ਨੇ ਇਹ ਗੱਲ ਕਹੀ ਸੀ, ਸੰਤ ਜਰਨੈਲ ਸਿੰਘ ਪਿੰਡਰਾਲੇ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ, ਅੱਜ ਲੜਨਾ, ਕੱਲ ਲੜਨਾ ਕਿ ਪਰਸੋਂ ਲੜਨਾ। ਇਹ ਸਾਡੇ ਤੇ ਆ ਹੁਣ, ਇਹ ਸਾਨੂੰ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਮਿੱਤਰੋ, ਲੜਾਈ ਆ ਜਿਹੜੀ, ਸੰਘਰਸ਼ ਆ, ਉਹ ਸਿਦਕ ਨਾਲ ਹੀ ਨਿਭਾਏ ਜਾਂਦੇ ਆ। ਉੱਥੇ ਸਮਰਪਣ ਹੋ ਕੇ ਸਿਰ ਦੇਣੇ ਪੈਂਦੇ ਆ। ਸਿਰ ਤੋਂ ਬਿਨਾਂ ਸੰਘਰਸ਼ ਨਹੀਂ ਲੜੇ ਜਾਂਦੇ। ਤੇ ਇਹ ਧਾਰਨਾਵਾਂ ਜਿਹੜਾ ਬਾਈ ਕਹਿੰਦਾ ਸੀ ਵੀ ਭਗਤ ਸਿੰਘ ਗਵਾਂਢੀਆਂ ਦੇ ਜੰਮੇ, ਇਹਨਾਂ ਧਾਰਨਾਵਾਂ ਨੂੰ ਤਿਆਗੋ, ਇਹਨਾਂ ਨੂੰ ਖੰਡਨ ਕਰੋ ਇਹਨਾਂ ਦਾ। ਇਹ ਸਾਨੂੰ ਭੰਬਲ ਭੂਸੇ 'ਚ ਪਾਉਣ ਨੂੰ ਧਾਰਨਾਵਾਂ ਬਣੀਆਂ। ਲੋਕ ਕਿਹੜਾ ਦੱਸੋ ਸਮਰਪਣ ਨਹੀਂ ਆ ਇੱਥੇ। ਆ ਧੁੱਪ 'ਚ ਖੜੇ ਆ ਜਿਹੜੇ ਮਰਜ਼ੀ ਤੋਂ ਸਿਰ ਮੰਗ ਲਓ, ਵੰਗਾਰਨੇ ਪੈਂਦੇ ਆ। ਨੌਜਵਾਨਾਂ ਨੂੰ ਵੰਗਾਰੋ ਤਾਂ ਸਹੀ,
ਜਿਹੜੀ ਗੁਰੂਆਂ ਦੀ ਚਿਣਗ ਇਹਨਾਂ ਦੇ ਅੰਦਰ ਆ, ਉਹ ਚਿਣਗ ਹਜੇ ਵੀ ਹੈਗੀ। ਜੇ ਅਸੀਂ ਸਤਿ ਸ੍ਰੀ ਅਕਾਲ ਔਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਦੋ ਕੁ ਗੱਲਾਂ ਕਰ ਲਈਏ ਆਪਾਂ ਭਾਈ, ਦੋ ਕੁ ਗੱਲਾਂ ਕਰ ਲਈਏ। ਗੱਲਾਂ ਇਹ ਆ ਵੀ ਇਹ ਜਿਹੜੀਆਂ ਧਾਰਨਾਵਾਂ ਨਾ, ਵੀ ਸਭ ਕੁਝ ਪਤਾ ਹੋਣਾ ਚਾਹੀਦਾ, ਸਾਨੂੰ ਆਰਡੀਨੈਂਸ ਦਾ ਵੀ ਪਤਾ ਹੋਣਾ ਚਾਹੀਦਾ। ਇਹ ਬਾਲੀ ਵੱਡੀ ਗੱਲ ਨਹੀਂ ਹੁੰਦੀ, ਹਰ ਕਿਸੇ ਨੂੰ ਹਰ ਕੁਝ ਨਹੀਂ ਪਤਾ ਹੁੰਦਾ। ਇੰਨੀ ਕੁ ਗੱਲ ਪੱਲੇ ਬੰਨ ਲਓ। ਸ਼ੰਭੂ ਧਰਨੇ ਤੇ ਇੱਕ 5-7 ਸਾਲ ਦਾ ਜਵਾਕ ਸੀ, ਇੱਕ ਪੱਤਰਕਾਰ ਵੀਰ ਨੇ ਉਹਨੂੰ ਸਵਾਲ ਪੁੱਛਿਆ ਵੀ ਬਾਈ ਤੂੰ ਕਿਉਂ ਆਇਆ ਇੱਥੇ? ਉਹ ਕਹਿੰਦਾ ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਬਸ ਐਡੀ ਗੱਲ ਹੀ ਆ, ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਇਹਦੇ ਉੱਤੇ ਕੁਝ ਪਤਾ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਬਾਲੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ। ਜਦੋਂ ਸੰਘਰਸ਼ ਨੂੰ ਕਮਜ਼ੋਰ ਕਰਨਾ ਹੋਵੇ ਨਾ, ਇਹਨਾਂ ਗੱਲਾਂ 'ਚ ਪਾ ਦਿਓ ਵੀ ਪੜ੍ਹ ਕੇ ਆਓ। ਯਾਰ ਨਹੀਂ ਪੜ੍ਹ ਕੇ ਆਉਂਦੇ, ਸਾਡੀ ਤਾਂ ਹੋਂਦ ਦੀ ਲੜਾਈ ਆ, ਸਾਡੀ ਜ਼ਮੀਨਾਂ ਦੀ ਲੜਾਈ ਆ। ਜ਼ਮੀਨ ਨਾਲ, ਸਾਡੀ ਮਿੱਟੀ ਨਾਲ ਸਾਡਾ ਬਹੁਤ ਕੁਝ ਜੁੜਿਆ ਹੁੰਦਾ। ਜਦੋਂ ਸਾਡੇ ਤੋਂ ਸਾਡੀ ਹੋਂਦ, ਸਾਡੀ ਮਿੱਟੀ ਖੁਰਦੀ ਆ ਨਾ, ਸਭ ਕੁਝ ਖੁਰ ਜਾਂਦਾ। ਇਹ ਸਾਨੂੰ ਪਤਾ। ਲੜਾਈ ਸਾਡੀ ਹੋਂਦ ਦੀ ਆ। ਹੁਣ ਗੱਲ ਕੱਢੀ ਆਰਡੀਨੈਂਸ ਦੀ ਆ, ਇਹ ਆਰਥਿਕ ਗੱਲ ਨਹੀਂ। ਅਸੀਂ ਜੇ ਇਹ ਸਮਝੀਏ ਵੀ ਇਹ ਪੂੰਜੀਵਾਦ ਆ ਤੇ ਇਹ ਕੈਪੀਟਲਿਸਟਿਕ ਸੁਸਾਇਟੀ ਆ, ਤੇ ਇਹ ਜਿਹੜੇ ਇਹ ਵੱਡੀਆਂ ਵੱਡੀਆਂ ਕੰਪਨੀਆਂ, ਕਾਰਪੋਰੇਟ ਕਲਚਰ ਪੰਜਾਬ 'ਚ ਆਊਗਾ ਤੇ ਸਾਡੀਆਂ ਜ਼ਮੀਨਾਂ ਖੋਹ ਲੈਣਗੇ। ਕੱਲੀ ਗੱਲ ਇੱਥੋਂ ਤੱਕ ਹੀ ਸੀਮਤ ਨਹੀਂ, ਇਹ ਅਧੂਰਾ ਸੱਚ ਆ। ਪੂਰਾ ਸੱਚ ਕੀ ਆ? ਪੂਰਾ ਸੱਚ ਇਹ ਆ ਵੀ ਦਿੱਲੀ ਨੇ ਸਾਡੀ ਹੋਂਦ, ਸਾਡੀ ਹਸਤੀ ਮਟਾਉਣ ਦਾ ਨੰਬਰ 2 ਕਸ਼ਮੀਰ ਤੋਂ ਬਾਅਦ ਲਾਤਾ। ਹੁਣ ਸਾਨੂੰ ਜਦੋਂ ਗੱਲ ਸਾਡੀ ਹੋਂਦ ਤੇ ਆ ਜਾਂਦੀ ਆ, ਤੇ ਜਿਹੜੇ ਸੰਘਰਸ਼ ਵਿੱਢਣੇ ਪੈਂਦੇ ਆ, ਉਹ ਸਮਰਪਣ ਵਾਲੇ ਸੰਘਰਸ਼ ਹੁੰਦੇ ਆ। ਉਹ ਸੰਘਰਸ਼ ਹੁੰਦੇ ਆ ਜਿਹੜੀ ਚਮਕੌਰ ਦੀ ਖੜੀ 'ਚ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਉਹ ਸਮਰਪਣ ਚਾਹੀਦਾ ਸਾਨੂੰ। ਸੋ ਗੱਲ ਚਾਹੇ ਸਾਡੀ ਐਡਮਿਨਿਸਟ੍ਰੇਸ਼ਨ ਆ, ਸਾਡੇ ਪੁਲਿਸ ਵਾਲੇ ਭਰਾ, ਸਾਡੇ ਆਫਿਸਰਸ ਆ, ਜਿਹੜਾ ਇਸ ਧਰਤੀ ਨੇ ਪੈਦਾ ਕੀਤਾ, ਇੱਕ ਗੱਲ ਉਹਨਾਂ ਦੇ ਸਮਝਣ ਵਾਲੀ ਆ। ਇੱਥੇ ਗੱਲ ਕੋਈ ਕਿਸੇ ਖਾਸ ਵਰਗ ਦੀ ਨਹੀਂ ਹੋ ਰਹੀ। ਇੱਥੇ ਸਾਨੂੰ ਠੱਪੇ ਲਾ ਦਿੱਤੇ ਜਾਂਦੇ ਆ ਪਹਿਲਾਂ ਵੀ ਤੂੰ ਖਾਲਿਸਤਾਨੀ ਆ, ਤੂੰ ਅੱਤਵਾਦੀ ਆ, ਤੂੰ ਦੇਸ਼ ਧਰੋਹੀ ਆ। ਇਹ ਕੋਈ ਗੱਲ ਨਹੀਂ ਹੋ ਰਹੀ। ਗੱਲ ਪੂਰੇ ਪੰਜਾਬ ਦੇ ਬਸ਼ਿੰਦਿਆਂ ਦੀ ਹੋ ਰਹੀ ਹੈ, ਇਸ ਪੂਰੀ ਪੰਜਾਬ ਦੀ ਧਰਤੀ ਦੀ ਹੋ ਰਹੀ ਆ। ਸਾਨੂੰ ਤੁਹਾਡਾ ਵੀ ਸਾਥ ਚਾਹੀਦਾ। ਸੋ ਸਤਿ ਸ੍ਰੀ ਅਕਾਲ। ਇੱਕ ਗੱਲ ਹੋਰ ਆ, ਸੰਘਰਸ਼ਾਂ 'ਚ ਸਾਨੂੰ ਸਮਾਜਿਕ ਵਰਤਾਰਿਆਂ ਤੋਂ ਸਿੱਖਣਾ ਪੈਂਦਾ। ਕਿਵੇਂ ਸਿੱਖਣਾ ਪੈਂਦਾ? ਇੱਕ ਅਮਰੀਕਨ ਰੈਵੋਲੂਸ਼ਨਰੀ ਹੋਇਆ ਸੀ, ਇਨਕਲਾਬੀ ਹੋਇਆ ਸੀ, ਮਾਰਟਨ ਲੂਥਰ ਕਿੰਗ। ਉਹ ਸਟ੍ਰੈਟਜੀਕਲੀ ਬੜਾ ਬਹੁਤ ਜ਼ਿਆਦਾ ਵਿਉਂਤ ਬਣਾ ਕੇ ਚੱਲਦਾ ਸੀ। ਹੁਣ ਜਿਵੇਂ 5-5 7-7 10-10 ਸਾਲ ਦੇ ਬੱਚੇ ਆ, ਸਾਨੂੰ ਉਹਨਾਂ ਨੂੰ ਵੀ ਵਿੱਚ ਲਿਆਉਣਾ ਪਊਗਾ। ਫਿਰ ਸਾਨੂੰ ਜੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਪੁੱਛਿਆ ਸੀ ਨਾ ਵੀ ਇਸਲਾਮ ਦਾ ਤੁਸੀਂ ਕਲਾਮ ਪੜ੍ਹ ਦਿਓ, ਉਹ ਕਹਿੰਦੇ ਅਸੀਂ ਭੁਜੰਗੀ ਆ, ਅਕਾਲ ਪੁਰਖ ਦੇ ਭੁਜੰਗੀ। ਇੰਨੀ ਗੱਲ ਹੀ ਪਤਾ ਸੀ। ਹੋ ਸਕਦਾ ਇਲਾਹੀ ਗਿਆਨ ਹੋਵੇ, ਪਰ ਇੰਨੀ ਗੱਲ ਤੋਂ ਬਾਅਦ ਉਸ ਨਵਾਬ ਨੂੰ, ਸਰਹੰਦ ਦੇ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਇਹਨਾਂ ਨੂੰ ਨੀਹਾਂ 'ਚ ਚਿਣਾ ਦਿਓ, ਇਹਨਾਂ ਨੇ ਨਹੀਂ ਇੱਥੋਂ ਇਹ ਸਿਦਕ ਤੋਂ ਹਟਣਾ। ਸੋ ਸਤਿ ਸ੍ਰੀ ਅਕਾਲ। ਗੱਲ ਮਾਰਟਨ ਲੂਥਰ ਕਿੰਗ ਦੀ ਕਰ ਰਹੇ ਸੀ। ਆ ਇੱਕ ਸਪੀਕਰ ਜਾਂ ਤੁਹਾਡਾ ਬੰਦ ਹੋ ਜਾਂਦਾ ਯਾਰ, ਇਹਨੂੰ ਮਾੜਾ ਜਿਹਾ ਚਲਾਓ ਕਰਾਂ। ਆ ਦੇਖਿਓ ਕਿੱਥੋਂ ਚੱਲਦਾ, ਚੱਲ ਪਿਆ। ਅੱਛਾ, ਗੱਲ ਮਾਰਟਨ ਲੂਥਰ ਕਿੰਗ ਦੀ ਕਰ ਰਹੇ ਸੀ। ਉਹ ਬੱਚਿਆਂ ਨੂੰ ਵੀ ਨਾਲ ਲਾ ਲੈਂਦਾ ਸੀ। ਉਹ ਸਾਡੀਆਂ ਭੈਣਾਂ ਨੂੰ ਵੀ, ਆਪਦੀਆਂ ਨੂੰ, ਉੱਥੋਂ ਦੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਨਾਲ ਲੈ ਲੈਂਦਾ ਸੀ। ਕਿਉਂਕਿ ਤੁਸੀਂ ਜਦੋਂ ਕੋਈ ਸੰਘਰਸ਼ ਲੜਨਾ, ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨਾ, ਇਹ ਬਹੁਤ ਜ਼ਰੂਰੀ ਹੁੰਦਾ। ਘੱਟ ਤੋਂ ਘੱਟ ਲੋਕਾਂ ਦੀ એનર્ਜੀ ਲੱਗੇ, ਵੱਧ ਤੋਂ ਵੱਧ ਲੋਕ ਲਾਮਬੰਦ ਹੋਣ। ਤੁਹਾਡੀ ਰੈਜ਼ਿਸਟੈਂਸ ਜਿੰਨਾ ਚਿਰ ਪੈਸਿਵ ਰਹੂਗੀ, ਐਕਟਿਵ ਨਹੀਂ ਹੋਊਗੀ, ਉਦੋਂ ਤੱਕ ਸੰਘਰਸ਼ ਬਹੁਤ ਵੱਡਾ ਲਾਮਬੰਦ ਤਰੀਕੇ ਨਾਲ ਲੜਿਆ ਜਾ ਸਕਦਾ। ਉਹਨੂੰ ਪਤਾ ਸੀ। ਹੁਣ ਉਹ ਬੱਚਿਆਂ ਨੂੰ ਕੋਈ ਪੜ੍ਹਾ ਕੇ ਥੋੜੀ ਲਿਆਉਂਦੇ ਸੀ। ਅਸੀਂ ਕਹੀਏ ਯਾਰ ਆਪਦੇ ਬੱਚੇ ਕਿਉਂ ਲੈ ਕੇ ਆਈਏ, ਇਹਨਾਂ ਤੋਂ ਆਰਡੀਨੈਂਸ ਬਾਰੇ ਪਤਾ ਹੀ ਨਹੀਂ। ਉਹ ਯਾਰ ਨਹੀਂ ਪਤਾ, ਇੰਨਾ ਹੀ ਪਤਾ ਵੀ ਸਾਡੀਆਂ ਜ਼ਮੀਨਾਂ ਖੋਹਦਾ ਮੋਦੀ। ਜਦੋਂ ਸਰਕਾਰਾਂ ਬੱਚਿਆਂ ਤੇ ਜ਼ੁਲਮ ਕਰਨਗੀਆਂ ਤਾਂ ਇਹ
ਇੰਟਰਨੈਸ਼ਨਲ ਲੈਵਲ ਤੇ ਸੰਘਰਸ਼ ਬਣ ਜੂਗਾ। ਸਾਨੂੰ ਸਮਰਪਣ ਦੇਣਾ ਪੈਣਾ, ਸਾਡੇ ਘਰਾਂ ਦਾ ਵੀ ਦੇਣਾ ਪੈਣਾ, ਸਾਡੇ ਬੱਚਿਆਂ ਦਾ ਵੀ ਦੇਣਾ ਪੈਣਾ, ਆਪਦੇ ਸਿਰ ਵੀ ਦੇਣੇ ਪੈਣੇ ਆ, ਸਾਡੇ ਪਰਿਵਾਰਾਂ ਨੂੰ ਵੀ ਝੋਕਣਾ ਪੈਣਾ। ਇਹ ਗੱਲ ਜਦੋਂ ਤੱਕ ਸਾਡੇ ਸਮਝ 'ਚ ਨਹੀਂ ਆਉਂਦੀ, ਅਸੀਂ ਇਕੱਲੇ ਨੌਜਵਾਨਾਂ ਨੂੰ ਵੰਗਾਰਦੇ ਰਹਿੰਦੇ ਆ, ਪਰ ਗੱਲ ਗਾਂਹ ਦੀ ਆ। ਇਹ ਸਮਝਣ ਵਾਲੀ ਗੱਲ ਆ ਸਾਡੇ ਲਈ। ਹੁਣ ਅਗਲੀ ਗੱਲ ਜਿਹੜੀ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ, ਜਿੰਨੇ ਕੁ ਲੋਕਾਂ ਦੇ ਕੰਨਾਂ 'ਚ ਪੈਂਦੀ ਆ ਉਨਾ ਹੀ ਚੰਗਾ, ਵੀ ਜਿਹੜੀ ਸਾਡੀ ਲੜਾਈ ਆ ਉਹ ਕੱਲੀ ਕਾਰਪੋਰੇਟਸ ਦੇ ਨਾਲ ਲੜਾਈ ਨਹੀਂ ਹੋ ਰਹੀ। ਇੱਥੇ ਲੜਾਈ ਇਹ ਨਹੀਂ ਆ ਵੀ ਉਹ ਕਾਰਪੋਰੇਟ ਖੇਤਰ ਆਊਗਾ ਤੇ ਕਿਸਾਨਾਂ ਤੇ ਆਪਦਾ ਗਲਬਾ ਪਾਲੂਗਾ ਤੇ ਸਾਡੀਆਂ ਜ਼ਮੀਨਾਂ ਆਪਦੇ ਕੋਲੇ ਕੰਟਰੋਲ ਕਰਨਗੇ, ਸਾਨੂੰ ਦੱਸਣਗੇ ਤੁਸੀਂ ਕਿਹੜੀ ਫਸਲ ਉਗਾਉਣੀ ਆ, ਤੁਸੀਂ ਖਾਣਾ ਕੀ ਆ, ਤੁਸੀਂ ਪਹਿਨਣਾ ਕੀ ਆ, ਤੁਸੀਂ ਦੇਖਣਾ ਕੀ ਆ, ਕਿਹੜੇ ਗਾਣੇ ਸੁਣਨੇ ਆ, ਕਿਹੜਾ ਕੁਛ ਮਾंस ਖਾਣਾ ਕਿ ਨਹੀਂ ਖਾਣਾ। ਗੱਲ ਇੱਥੋਂ ਤੱਕ ਨਹੀਂ ਆ। ਅਸੀਂ ਇਹ ਲੜਾਈ ਲੜ ਰਹੇ ਹਾਂ ਉਸ ਧਿਰ ਦੇ ਖਿਲਾਫ ਜਿਹਦੀ ਵਿਚਾਰਧਾਰਾ ਇੱਕ ਨੇਸ਼ਨ ਬਿਲਡਿੰਗ ਦੀ ਆ, ਤੇ ਉਹ ਨੇਸ਼ਨ ਬਿਲਡਿੰਗ ਜਾਂ ਦੇਸ਼ ਇੱਕ ਬਿਲਡ ਕਰਨਾ ਉਹਨਾਂ ਲਈ ਉਹ ਕੀ ਆ? ਉਹ ਕਹਿੰਦੇ ਆ ਵੀ ਜਿਹੜੀ ਵਿਚਾਰਧਾਰਾ ਹਿੰਦੂ ਰਾਸ਼ਟਰ ਦੇ ਰਾਹ 'ਚ ਆਊਗੀ ਉਹਨੂੰ ਖਤਮ ਕਰ ਦਿਓ, ਉਹਨੂੰ ਜਾਂ ਤਾਂ ਐਲੀਮੀਨੇਟ ਕਰ ਦਿਓ ਜਾਂ ਸਿਮੂਲੇਟ ਕਰ ਦਿਓ, ਜਾਂ ਤਾਂ ਉਹਨੂੰ ਮਾਰ ਦਿਓ ਜ਼ੁਲਮ ਤੇ ਜ਼ਬਰ ਨਾਲ, ਜਾਂ ਆਪਦੇ 'ਚ ਮਿਲਾ ਲਓ। ਹੁਣ ਕੁਛ ਲੜਾਈਆਂ ਇਹ ਹੁੰਦੀਆਂ ਜਿਹੜੀਆਂ ਪ੍ਰਗਟ ਰੂਪ 'ਚ ਸਾਨੂੰ ਸਮਝ ਆ ਜਾਂਦੀਆਂ, ਕੁਛ ਲੜਾਈਆਂ ਪ੍ਰਗਟ ਰੂਪ 'ਚ ਨਹੀਂ ਅਦ੍ਰਿਸ਼ ਰੂਪ 'ਚ ਚੱਲਦੀਆਂ ਹੁੰਦੀਆਂ। ਇਸੇ ਕਰਕੇ ਸਾਡੇ ਫਲਸਫੇ ਨੂੰ ਵੀ, ਸਾਡੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਕਿਉਂਕਿ ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾ, ਪੰਜਾਬ ਨੂੰ ਸਾਡੀ ਕਿਸਾਨੀ ਤੋਂ ਬਿਨਾ ਕਲਪਿਆ ਵੀ ਨਹੀਂ ਜਾ ਸਕਦਾ। ਸੋ ਉਹਨਾਂ ਦੀ ਸੱਟ, ਉਹਨਾਂ ਦੀ ਜਿਹੜੀ ਨਿਗਾਹ ਜੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗਈ ਆ, ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਢਾਉਣ ਖਾਤਰ ਗਈ ਆ। ਸੋ ਇਸ ਕਰਕੇ ਗੱਲ ਸਮਝਣੀ ਬੜੀ ਜ਼ਰੂਰੀ ਆ। ਇਹ ਕੱਲੀ ਆਰਥਿਕ ਲੜਾਈ ਨਹੀਂ ਆ, ਇਹਦਾ ਇੱਕ ਰਾਜਸੀ ਮੰਤਵ ਜਾਂ ਇੱਕ ਜਿਹੜੀ ਸਰਕਾਰ ਆ ਇਸ ਵੇਲੇ ਸਾਡੇ ਹੁਕਮਰਾਨ ਆ ਉਹਨਾਂ ਦਾ ਇਹਦੇ 'ਚੋਂ ਮੰਤਵ ਦੂਜਾ ਕੀ ਆ। ਨਹੀਂ ਤਾਂ ਜਦੋਂ ਲੋਕ ਲਹਿਰ ਖੜੀ ਹੋ ਜੇ ਤੇ ਸਰਕਾਰ ਕਈ ਵਾਰੀ ਹਿੱਲ ਜਾਂਦੀ ਹੁੰਦੀ ਆ। ਸਰਕਾਰ ਫॉर ਟਾਈਮ ਬੀਇੰਗ ਜੇ ਕੱਲੀ ਆਰਥਿਕ ਗੱਲ ਹੁੰਦੀ ਤਾਂ ਹੋ ਸਕਦਾ ਫॉर ਟਾਈਮ ਬੀਇੰਗ ਇਸ ਗੱਲ ਨੂੰ ਵਾਪਸ ਖਿੱਚ ਲੈਂਦੀ ਵੀ ਕੋਈ ਨਹੀਂ, ਫॉर ਟਾਈਮ ਬੀਇੰਗ ਲੋਕਾਂ ਦੇ ਰੋਹ ਨੂੰ, ਲੋਕਾਂ ਦੇ ਉਭਾਰ ਨੂੰ ਅਸੀਂ ਸਮਝ ਕੇ ਇਹਨੂੰ ਪਾਸੇ ਕਰ ਦਈਏ ਤੇ ਸਾਡੀਆਂ ਸਿਰਾਂ ਦੀ ਗਿਣਤੀ ਇਹ ਤੋਂ ਘੱਟ ਹੋਊਗੀ। ਪਰ ਸਰਕਾਰ ਨੇ ਨਹੀਂ ਹਿੱਲਣਾ, ਇਹ ਪਹਿਲਾਂ ਹੀ ਪਤਾ ਸੀ ਮੈਨੂੰ, ਰਾਸ਼ਟਰਪਤੀ ਨੇ ਵੀ ਸਾਈਨ ਕਰ ਦੇਣਾ, ਇਹਨੇ ਲਾਅ ਬਣ ਜਾਣਾ। ਇਸ ਲੈਜਿਸਲੇਸ਼ਨ ਨੂੰ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਦੇਵਾਂਗੇ, ਪਰ ਸਾਡੇ ਮੋਰਚੇ ਵੀ ਜਾਰੀ ਰਹਿਣਗੇ, ਕਿਉਂਕਿ ਹਰ ਲੜਾਈ ਹਰ ਮੋਰਚੇ ਤੇ ਜ਼ਰੂਰੀ ਹੁੰਦੀ ਆ। ਸਾਨੂੰ ਪਤਾ ਸਾਨੂੰ ਸੁਪਰੀਮ ਕੋਰਟ ਤੋਂ ਨਿਆਂ ਨਹੀਂ ਮਿਲਣਾ, ਇਹ ਗੱਲ ਪਹਿਲਾਂ ਹੀ ਪਤਾ, ਪਰ ਫੇਰ ਵੀ ਲੜਾਈ ਲੜਨੀ ਪੈਂਦੀ ਆ, ਕਿਉਂਕਿ ਕਈ ਵਾਰੀ ਕਈ ਨੇਕ ਰੂਹ, ਕੋਈ ਨੇਕ ਜੱਜ ਬੈਠਾ ਹੁੰਦਾ ਜਿਹੜਾ ਮਾੜਾ ਮੋਟਾ ਨਿਆਂ ਕਿਤੇ ਦੇ ਜਾਂਦਾ। ਇਸ ਕਰਕੇ ਉਹ ਲੜਾਈ ਵੀ ਲੜਨੀ ਜ਼ਰੂਰੀ ਆ, ਇਹ ਮੋਰਚਿਆਂ ਵਾਲੀ ਲੜਾਈ ਵੀ ਲੜਨੀ ਜ਼ਰੂਰੀ ਆ। ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀ ਆ ਲੜਾਈ ਲੜਨ ਲਈ, ਦੋ ਤਿੰਨ ਯੂਨੀਵਰਸਲ ਮਤਲਬ ਪ੍ਰਿੰਸੀਪਲ ਆ, ਇਹ ਸਮਝ ਲਓ ਤੁਸੀਂ। ਪਹਿਲੀ ਗੱਲ, ਸਾਨੂੰ ਇਹ ਪਤਾ ਹੋਵੇ ਸਾਡਾ ਦੁਸ਼ਮਣ ਕੌਣ ਆ। 84 ਤੋਂ ਬਾਅਦ ਕੌਮ ਨੇ ਲੜਾਈ ਲੜੀ, ਅੱਛਾ ਉਦੋਂ ਸਾਡੇ 'ਚ ਦੋ ਫਾੜ ਰਹੀ, ਸਾਨੂੰ ਇਹ ਹੀ ਨਹੀਂ ਪਤਾ ਸੀ ਸਾਡਾ ਦੁਸ਼ਮਣ ਕੌਣ ਆ। ਜਿਹੜਾ ਕਿਸਾਨ ਜਾਂ ਪਿੰਡਾਂ 'ਚ ਰਹਿਣ ਵਾਲੇ, ਉਹਨਾਂ ਨੂੰ ਤਾਂ ਐਂ ਲੱਗਦਾ ਸੀ ਵੀ ਆ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਸਾਡੇ ਪੱਲੇ ਕੀ ਰਹਿ ਗਿਆ ਹੁਣ। ਪਰ ਜਿਹੜੇ ਸ਼ਹਿਰ 'ਚ ਰਹਿੰਦੇ ਸੀ ਜਾਂ ਡਾਕਟਰ ਮਨਮੋਹਨ ਸਿੰਘ ਵਰਗੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਬਣੇ ਆ, ਉਹ ਜਨੇਵਾ ਇੰਟਰਨੈਸ਼ਨਲ ਹਿਊਮਨ ਕਨਵੈਨਸ਼ਨ ਤੇ ਜਾ ਕੇ ਇਹ ਕਹਿ ਰਹੇ ਸੀ ਵੀ ਪੰਜਾਬ 'ਚ ਤਾਂ ਕੁਝ ਹੋਇਆ ਹੀ ਨਹੀਂ, ਕਿਸੇ ਨਾਲ ਕੋਈ ਜ਼ਬਰ ਜ਼ੁਲਮ ਹੋ ਹੀ ਨਹੀਂ ਰਿਹਾ, ਉਹ ਤਾਂ ਉੱਥੇ ਕੁਝ ਲੋਕਾਂ ਨੇ ਵਿਦਰੋਹ ਕੀਤਾ ਸੀ ਤੇ ਸਰਕਾਰ ਨੇ ਉਹ ਵਿਦਰੋਹ ਦਬਾ ਲਿਆ। ਸੋ ਸਾਡੇ ਐਲੀਟਸ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡਾ ਦੁਸ਼ਮਣ ਕੌਣ ਆ। ਸੋ ਸਭ ਤੋਂ ਪਹਿਲਾਂ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਦੁਸ਼ਮਣ ਕੌਣ ਆ। ਦੂਜੀ ਗੱਲ, ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ। ਅਸੀਂ ਉਦੋਂ ਹੀ ਸਾਡੇ ਆਪ ਨੂੰ ਆਪਦੀ ਪਛਾਣ ਹੋ ਸਕੂਗੀ ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਪਛਾਣ ਆ, ਜਦੋਂ ਸਾਨੂੰ ਸਰਬੱਤ ਦੇ ਭਲੇ ਦੀ ਪਛਾਣ ਆ, ਜਦੋਂ ਤੱਕ ਸਾਨੂੰ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦੀ ਪਹਿਚਾਣ ਆ। ਦਰਜਾ ਬਦਰਜੀ ਖਤਮ ਕਰ ਦਈਏ, ਦਰਜਾ ਬਦਰਜੀ ਇਸ ਦਰਜੇ 'ਚ ਵੀ ਖਤਮ ਕਰ ਦਈਏ। ਮੈਂ ਜਦੋਂ ਤੋਂ ਆਇਆ ਮੇਰਾ ਜੀ ਕਰੀ ਜਾਂਦਾ ਵੀ ਮੈਂ ਛਾਲ ਮਾਰ ਕੇ ਇੱਥੇ ਬਹਿ ਜਾ ਵਿੱਚ, ਕਿਉਂਕਿ ਆਹ ਵੀ ਦਰਜਾ ਬਦਰਜੀ ਹੋ ਗਈ। ਇੱਥੇ ਉੱਤੇ ਬਿਠਾਤੇ, ਇੱਥੇ ਥੱਲੇ ਬੈਠੇ ਹੋ, ਐਂ ਹੋ ਗਿਆ ਵੀ ਸਾਨੂੰ ਬੜਾ ਕੁਝ ਪਤਾ ਤੇ ਤੁਹਾਨੂੰ ਪਤਾ ਨਹੀਂ। ਐਡੀ ਕੋਈ ਗੱਲ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਸਭ ਕੁਝ ਹੀ ਪਤਾ ਹੁੰਦਾ, ਜਾਂ ਜਿੰਨਾ ਕਿ ਪਤਾ ਹੁੰਦਾ ਉਹਨਾਂ ਕੀ ਪਤਾ ਹੁੰਦਾ। ਸੋ ਇਹ ਦਰਜਾ ਬਦਰਜੀ ਨੂੰ ਵੀ ਸਾਨੂੰ ਸੰਬੋਧਨ ਕਰਨਾ ਪੈਣਾ, ਐਡਰੈਸ ਕਰਨਾ ਪੈਣਾ। ਸੋ ਨੋ ਯੋਰਸੈਲਫ ਦੂਜਾ ਰੂਲ ਆ, ਸਾਨੂੰ ਸਾਡਾ ਪਤਾ ਹੋਵੇ ਅਸੀਂ ਕੌਣ ਆ। ਤੀਜਾ,
ਗੋਲਡਨ ਪ੍ਰਿੰਸੀਪਲ। ਉਹ ਬਾਈ ਇੱਕ ਮਿੰਟ ਯਾਰ, ਜਾਂ ਤਾਂ ਚੁੱਪ ਕਰ ਜੀਏ ਆ ਜਾ ਆਪਾਂ। ਵੀਰ। ਕੋਈ ਨਹੀਂ ਹੁਣ ਜਿਵੇਂ ਖੜੇ ਆ, ਜਿਹੜੇ ਨਹੀਂ ਬਹਿੰਦੇ ਆ ਬਾਈ, ਸੰਗਤ ਦਾ ਹੁਕਮ ਆ, ਸੰਗਤ ਦਾ ਹੁਕਮ ਨਾ ਟਾਲੋ, ਬਹਿ ਜਾਓ। ਗੱਲ ਐਨ ਜਮਾ ਮੌਕੇ ਤੇ ਆਈ ਆ, ਬਹਿ ਜਾਓ। ਤੀਜਾ ਗੋਲਡਨ ਪ੍ਰਿੰਸੀਪਲ, ਬਾਈ ਧਿਆਨ ਨਾਲ ਸੁਣ ਲਿਓ ਇਹ, ਕਿਉਂਕਿ ਸਾਡੇ ਉਭਾਰ ਪਹਿਲਾਂ ਵੀ ਆਏ ਆ, ਵਿਦਰੋਹ ਪਹਿਲਾਂ ਵੀ ਆਏ ਆ, ਪਰ ਉਹ ਕਿਤੇ ਪਹੁੰਚ ਨਹੀਂ ਸਕੇ। ਕਿਉਂ ਨਹੀਂ ਪਹੁੰਚਦੇ? ਬੜੀ ਜ਼ਰੂਰੀ ਆ। ਜੇ ਮੈਨੂੰ ਚੁੱਪ ਦਾ ਦਾਨ ਬਖਸ਼ੋਗੇ ਸੰਗਤ ਜੀ, ਤਾਂ ਆਹ ਗੱਲ ਬੜੀ ਜ਼ਰੂਰੀ ਆ। ਮੈਂ ਹਮੇਸ਼ਾ ਕਹਿਣਾ ਹੁੰਦਾ, ਲੜਾਈਆਂ, ਉਹ ਯਾਰ ਬਾਈ ਇੱਕ ਮਿੰਟ, ਇਹਨਾਂ ਨੇ ਚਲੋ ਆਈ ਚਲੀ, ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ, ਫੇਰ ਲੜੀਆਂ ਜਾਂਦੀਆਂ। ਅਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਆਂ, ਫਿਰ ਜਿੱਤਣ ਦੀ ਆਸ ਕਰਦੇ ਆਂ। ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ 'ਚ ਆਉਂਦੀ। ਲੜਾਈ ਪਹਿਲਾਂ ਲੜਨੀ ਪੈਂਦੀ ਆ, ਪਹਿਲਾਂ ਸਟ੍ਰੈਟੇਜਾਈਜ਼ ਕਰਨੀ ਪੈਂਦੀ ਆ, ਉਹਦੀ ਵਿਉਂਤ ਘੜਨੀ ਪੈਂਦੀ ਆ, ਫੇਰ ਜਿੱਤੀ ਨਹੀਂ ਜਾਂਦੀ ਆ। ਸੋ ਇਹ ਗੱਲ ਸਾਡੇ ਆਗੂਆਂ ਨੇ, ਚਾਹੇ ਕਿਸਾਨ ਆਗੂ ਆ। ਦੇਖੋ ਇੱਕ ਗੱਲ ਮੈਂ ਬੜੇ ਠੋਕ ਕੇ ਗੱਲ ਕਰ ਰਿਹਾ, ਅੱਜ ਤੱਕ ਜਿੰਨੀ ਸਾਡੀ ਰਾਜਸੀ ਧਿਰ ਸੀ, ਸਾਡੀ ਸਮਾਜਿਕ ਧਿਰ ਸੀ, ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ, ਅੱਜ ਤੱਕ ਸਾਡੇ ਵਿਦਰੋਹ ਨੂੰ, ਸਾਡੇ ਇਸ ਉਭਾਰ ਨੂੰ, ਸਾਡੇ ਜੋਸ਼ ਨੂੰ, ਸਾਡੇ ਜਜ਼ਬੇ ਨੂੰ ਕਿਤੇ ਪਹੁੰਚਾ ਹੀ ਨਹੀਂ ਸਕੇ। ਜੇ ਅਸੀਂ ਹੁਣ ਕਹਿੰਦੇ ਆ ਵੀ ਕਿਸਾਨ ਜਥੇਬੰਦੀਓ ਲੱਗੋ ਅੱਗੇ, ਯਾਰ ਹੁਣ ਉਹਨਾਂ ਨੇ ਕੀ ਖਾ ਲਿਆ? ਹੁਣ ਉਹ ਕਿੱਥੋਂ ਇਹੋ ਜੀ ਪੜ੍ਹਾਈ ਪੜ੍ਹ ਕੇ ਆ ਗਏ, ਕਿੱਥੋਂ ਵਿਉਂਤਾਂ ਬਣਾ ਕੇ ਆ ਗਏ ਵੀ ਹੁਣ ਬੜਾ ਕੁਝ ਉਹਨਾਂ ਨੂੰ ਸਿੱਖ ਲਿਆ ਤੇ ਇਹਨੂੰ ਕੋਈ ਸੇਧ ਦੇ ਦੇਣਗੇ। ਸੋ ਆਪਦੇ ਆਪ 'ਚ ਸਪਸ਼ਟਤਾ ਰੱਖਣੀ ਵੀ ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਲਓ, ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਬੈਠੋ, ਸੰਗਤ ਫੈਸਲੇ ਲਵੇ। ਡਰਾਇੰਗ ਰੂਮਾਂ 'ਚ ਕਮਰਿਆਂ 'ਚ ਬੈਠ ਕੇ ਫੈਸਲੇ ਨਹੀਂ ਲਏ ਜਾਂਦੇ, ਉੱਥੇ ਤਾਂ ਵੇਚੇ ਜਾਂਦੇ ਆ। ਇਸ ਕਰਕੇ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ, ਇਹਨਾਂ ਗੱਲਾਂ 'ਚ ਸੱਚੀ ਕੋਈ ਦਮ ਨਹੀਂ। ਲੋ ਮੈਂ ਸ਼ਰੇਆਮ ਕਹਿਣਾ ਬਾਈ ਜੀ, ਜੇ ਫੇਰ ਕਿਸੇ ਨੂੰ ਆਪਾਂ ਖੜਾ ਕਰ ਦਾਂਗੇ ਨਾ ਸੰਗਤ ਤੋਂ ਬਿਨਾ, ਫੇਰ ਕਿਸੇ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਜਾਂ ਕਿਸੇ ਹੋਰ ਨੂੰ ਇਹ ਸੰਘਰਸ਼ ਦੇ ਦਾਂਗੇ, ਉਹਨਾਂ ਨੇ ਉਹੀ ਕੰਮ ਕਰਨਾ ਜਿਹੜਾ ਸਰਬੱਤ ਖਾਲਸਾ ਨਾਲ ਹੋਇਆ, ਉਹੀ ਕੰਮ ਕਰਨਾ ਜਿਹੜਾ ਬਰਗਾੜੀ ਵੇਲੇ ਹੋਇਆ, ਤੇ ਉਹੀ ਹੁਣ ਹੋ ਜੂ। ਸੋ ਜੇ ਡਰਾਇੰਗ ਰੂਮਾਂ 'ਚ ਫੈਸਲੇ ਲੈਣੇ ਆ, ਫਿਰ ਮੈਂ ਤਾਂ ਨਹੀਂ ਆਉਂਦਾ। ਮੈਂ ਤੁਹਾਨੂੰ ਅੱਜ ਕਹਿ ਦਿੰਦਾ, ਜੇ ਸੰਗਤ ਨੇ ਫੈਸਲੇ ਲੈਣੇ ਆ, ਜਿੱਥੇ ਮਰਜ਼ੀ ਬੁਲਾ ਲਿਓ, ਨਾਲ ਖੜਾ ਹੋਊਗਾ। ਤੇ ਜੇ ਕਿਤੇ ਗਦਾਰੀ ਕਰ ਗਿਆ, ਪੰਜਾਬ ਨਿਕਾਲਾ ਦੇ ਦਿਓ, ਦੇਸ਼ ਨਿਕਾਲਾ ਦੇ ਦਿਓ। ਸਤਿ ਸ੍ਰੀ ਅਕਾਲ। ਸੋ ਅੱਛਾ, ਅਗਲੀ ਗੱਲ ਸਾਡੇ ਇੱਕ ਹੋਰ ਗੱਲ ਆ, ਸਾਡੀ ਕਿਸੇ ਦੀ ਵੀ ਇੱਥੇ ਬੈਠੇ ਆ ਜਿਹੜੇ ਇਹਨਾਂ ਦੇ ਅੰਦਰ ਦਰਦ ਆ, ਇਹਨਾਂ ਦੇ ਅੰਦਰ ਜ਼ਮੀਰ ਵੀ ਜਾਗਦੀ ਆ। ਜਿਵੇਂ ਇੱਕ ਹੋਰ ਗੱਲ ਖਾਲਸਤਾਨ ਦੀ ਨਹੀਂ ਹੋ ਰਹੀ, ਪਰ ਗੱਲ ਜਿਹੜੀ ਸਹੀ ਆ ਉਹ ਹੋ ਰਹੀ ਆ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਕਹਿੰਦੇ ਸੀ ਵੀ ਸਰੀਰਕ ਮੌਤ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਮੌਤ ਆ। ਸੋ ਸਤਿ ਸ੍ਰੀ ਅਕਾਲ। ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ, ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਤੁਹਾਡੇ ਸਾਡੇ ਲੀਡਰਾਂ ਦੇ। ਸਾਨੂੰ ਵਿਚਾਰਾਂ ਦੇ ਵਖਰੇਵਿਆਂ ਨੂੰ ਵੀ ਕਿਵੇਂ ਪ੍ਰਵਾਨ ਕਰਨਾ, ਅਸੀਂ ਆਪਦੇ ਆਪ 'ਚ ਗ੍ਰਹਿਣ ਕਰਨਾ, ਉਹਨੂੰ ਕਿਵੇਂ ਮਾਣ ਸਨਮਾਨ ਦੇਣਾ, ਇਹ ਵੀ ਸਿੱਖਣਾ ਪਊਗਾ। ਕਿਉਂਕਿ ਜਦੋਂ ਵਿਚਾਰਾਂ ਦੇ ਵਖਰੇਵਿਆਂ ਦੇ ਨਾਲ ਅਸੀਂ ਤਣਾਅ ਤੇ ਟਕਰਾਅ ਪੈਦਾ ਕਰਾਂਗੇ ਨਾ, ਤੇ ਫਿਰ ਕੋਈ ਸੇਧ ਨਹੀਂ ਮਿਲਦੀ ਹੁੰਦੀ। ਸੋ ਇਸ ਕਰਕੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ। ਮੈਂ ਇੱਕ ਵਾਰੀ ਫੇਰ ਕਹਿਣਾ ਵੀ ਕੱਲੇ ਸਿੱਖ ਨਹੀਂ, ਹਿੰਦੂ ਵੀ ਸਾਡੇ ਭਰਾ। ਜੇ ਕੱਲ ਨੂੰ ਉਹਨਾਂ ਤੇ ਭੀੜ ਪਈ ਆ, ਸਿਰ ਧੜਦੀ ਲਾ ਜਾਾਂਗੇ। ਦਲਿਤ ਵੀ ਸਾਡੇ ਭਰਾ, ਜੇ ਉਹਨਾਂ ਤੇ ਭੀੜ ਪੈਂਦੀ ਆ, ਸਿਰ ਧੜਦੀ ਲਾ ਜਾਾਂਗੇ। ਉਵੇਂ ਹੀ ਸਿੱਖਾਂ ਤੇ ਭੀੜ ਪੈਂਦੀ ਆ, ਸਿਰ ਧੜਦੀ ਲਾ ਜਾਾਂਗੇ। ਸੋ ਜੇ ਸਾਡੇ 'ਚ ਜਜ਼ਬਾ ਗੁਰੂ ਨਾਨਕ ਸਾਹਿਬ ਵਾਲਾ ਹੋਊਗਾ, ਘੱਟ ਗਿਣਤੀ ਨਾਲ ਕੋਈ ਫਰਕ ਨਹੀਂ ਹੁੰਦਾ, ਆ ਜਾਣ ਲੱਖਾਂ ਚੜ੍ਹ ਕੇ। ਇੱਥੇ ਫਲਸਫਿਆਂ ਦੀ ਗੱਲ ਹੁੰਦੀ ਆ। ਜੇ ਕਿਤੇ ਜੇ ਫਲਸਫੇ, ਜੇ ਵਿਚਾਰਧਾਰਾ ਸੱਚੀ ਤੇ ਸੁੱਚੀ ਹੋਵੇ, ਘੱਟ ਗਿਣਤੀ ਕੋਈ ਫਰਕ ਨਹੀਂ ਹੁੰਦਾ, ਫਿਰ ਤਾਂ ਕੱਲਾ ਹੀ 1.25 ਲੱਖ ਨਾਲ ਲੜ ਜਾਂਦਾ। ਸੋ ਇਸ ਕਰਕੇ ਸਤਿ ਸ੍ਰੀ ਅਕਾਲ। ਸੋ ਮੇਰੀ ਅਰਦਾਸ ਇਹ ਆ ਸੰਗਤ ਨੂੰ ਵੀ ਇਸ ਗੱਲ ਵਾਸਤੇ ਸਾਡੇ ਕਿਸਾਨ ਜਥੇਬੰਦੀਆਂ, ਸਾਡੇ ਰਾਜਸੀ ਲੀਡਰ, ਸਾਡੇ ਸਮਾਜਿਕ ਲੀਡਰ, ਉਹਨਾਂ ਨੂੰ ਮਜਬੂਰ ਕਰ ਦਿਓ ਵੀ ਜਿਹੜੇ ਫੈਸਲੇ ਲੈਣੇ ਆ, ਜਿਹੜਾ ਕੋਈ ਫੈਸਲਾ ਲੈਣਾ ਸੰਗਤ 'ਚ ਬੈਠ ਕੇ ਲਓ, ਮਤੇ ਸੰਗਤ 'ਚ ਪਗਾਓ। ਸਾਡੀ ਰਵਾਇਤ ਹੀ ਇਹ ਸੀ, ਸਾਡੀ ਰਵਾਇਤ ਹੀ ਇਹ ਸੀ। ਗੁਰਸਾਹਿਬ ਨੇ ਗੱਲ ਹੀ ਇਹ ਕੀਤੀ ਸੀ ਵੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करो निवास, खालसा मेरो पिंड पुराण, खालसा मेरी जान की जान, खालसा मेरो
ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ। ਤਾਂ ਤੁਸੀਂ ਫੈਸਲੇ ਜਿਹੜੇ ਲਵਾਂਗੇ ਸੰਗਤ ਲਵੇ, ਇਹ ਸਭ ਤੋਂ ਵੱਡੀ ਗੱਲ ਹੈ। ਜੇ ਅਸੀਂ ਕਿਤੇ ਇਸ ਰਵਾਇਤ ਤੇ ਵਾਪਸ ਆ ਗਏ ਫਿਰ ਪੰਜਾਬ ਨੂੰ ਕੋਈ ਨਹੀਂ ਰੋਕ ਸਕਦਾ। ਫਿਰ ਇਸ ਖਿੱਤੇ ਚੋਂ ਜਿਹੜਾ ਇਨਕਲਾਬ ਉੱਠੂਗਾ ਉਹ ਪੂਰੀ ਦੁਨੀਆ ਦੀ ਅਗਵਾਈ ਕਰੂਗਾ। ਮੈਂ ਇਸ ਗੱਲ ਦੀ ਤੁਹਾਨੂੰ ਗਾਰੰਟੀ ਕਰਦਾ, ਕਿਉਂਕਿ ਜਿੰਨੀ ਕਿ ਮੈਂ ਸਮਾਜਿਕ ਵਰਤਾਰਿਆਂ ਨੂੰ ਪੜ੍ਹਿਆ, ਜਿੰਨੇ ਕਿ ਮੈਂ ਸਮਾਜਿਕ ਵਰਤਾਰੇ ਦੇਖੇ ਆ ਸਿੱਖਿਆ, ਉੱਥੇ ਸਿਰਫ ਜਜ਼ਬਾ ਹੀ ਹੁੰਦਾ, ਉੱਥੇ ਸਿਰਫ ਫਲਸਫਾ ਹੀ ਹੁੰਦਾ। ਕਿਉਂਕਿ ਪੇੜ ਬੰਦੇ ਨਹੀਂ ਕੰਮ ਕਰਦੇ ਹੁੰਦੇ, ਜਜ਼ਬੇ ਤੇ ਫਲਸਫੇ ਵਾਲੇ ਹੀ ਕੰਮ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।